ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਰ ਕਰਮ ਤੇ ਪੁਰਬ ਕਰਮ ਦਾ ਕੀ ਭਾਵ ਹੈ? ਇਹਨਾਂ ਦੋਨਾਂ ਦਾ ਡਿਫਰੈਂਸ ਦੱਸੋ। ਅੱਛਾ ਜੀ। ਤੁਹਾਡਾ ਮਤਲਬ ਹੈ ਕਿ ਧੁਰ ਕਰਮ ਕਿਹਨੂੰ ਕਹਿੰਦੇ ਨੇ ਤੇ ਪੂਰਬ ਕਰਮ ਕਿਹਨੂੰ ਕਹਿੰਦੇ ਨੇ? ਹਾਂਜੀ, ਇਹ ਸਵਾਲ ਹੈ। ਇਹ ਸਵਾਲ ਹੈ। ਅੱਛਾ, ਸਾਨੂੰ ਨਾ ਪਹਿਲਾਂ ਇਹਦੇ 'ਚੋਂ ਕਰਮ ਲਫ਼ਜ਼ ਨੂੰ ਸਮਝ ਲੈਣਾ ਚਾਹੀਦਾ ਹੈ। ਕਰਮ ਲਫ਼ਜ਼ ਕਈ ਐਂਗਲ ਤੋਂ ਸਮਝਣਾ ਹੁੰਦਾ ਹੈ। ਆਮ ਤੌਰ 'ਤੇ ਕਰਮ ਦਾ ਮਤਲਬ ਡੀਡਸ, ਸਾਡੇ ਸਰੀਰਕ ਕੀਤੇ ਬਾਹਰਲੇ ਕਰਮ, ਇਹ ਕਰਮ ਦਾ ਅਰਥ ਸਮਝਿਆ ਜਾਂਦਾ ਹੈ। ਇੱਕ ਕਰਮ ਦਾ ਮਤਲਬ ਹੁੰਦਾ ਬਖਸ਼ਿਸ਼, ਗ੍ਰੇਸ, ਕਿਰਪਾ, ਹੈ ਨਾ। ਅੱਛਾ, ਪਰ ਜਦੋਂ ਤੁਸੀਂ ਧੁਰ ਕਰਮ ਔਰ ਪੂਰਬ ਕਰਮ ਦਾ ਪੁੱਛ ਰਹੇ ਹੋ ਤਾਂ ਸਾਨੂੰ ਕਰਮ ਇਸ ਪੱਖੋਂ ਵੀ ਸਮਝਣਾ ਹੈ ਕਿ ਕਰਮ ਹੁੰਦਾ ਫਲਸਫਾ, ਸੋਚਣੀ ਦਾ ਢੰਗ, ਮੇਰੇ ਅੰਦਰ ਦੇ ਵਿਚਾਰ, ਉਹਨਾਂ ਵਿਚਾਰਾਂ ਮੁਤਾਬਕ ਮੇਰਾ ਆਚਰਣ ਬਣਦਾ ਹੈ। ਉਹ ਮੇਰੇ ਫਿਰ ਬਾਹਰਲੇ ਅੰਗ ਦੇ ਕਰਮ ਹੁੰਦੇ ਨੇ। ਜੈਸਾ ਅੰਦਰੋਂ ਵਿਚਾਰ ਸੋਚਦਾ ਹਾਂ ਮੈਂ। ਸੋ ਹਰ ਮਨੁੱਖ ਕਿਸੇ ਨਾ ਕਿਸੇ ਵਿਚਾਰ ਮੁਤਾਬਕ ਆਪਣੇ ਆਚਰਣ ਨੂੰ ਬਣਾਉਂਦਾ ਹੈ। ਉਹ ਉਸ ਦਾ ਕਰੈਕਟਰ ਹੁੰਦਾ ਹੈ। ਉਹ ਉਸ ਦਾ ਵਿਚਾਰ ਚੰਗਾ ਵੀ ਹੋ ਸਕਦਾ, ਮੰਦਾ ਵੀ ਹੋ ਸਕਦਾ। ਸੋ ਅਸੀਂ ਕਰਮ ਦਾ ਮਾਇਨਾ ਸਮਝਾਂਗੇ ਕਿ ਜੈਸਾ ਮੈਂ ਅੰਦਰੋਂ ਸੋਚਦਾ ਹਾਂ ਉਹਨੂੰ ਕਰਮ ਕਹਿੰਦੇ ਨੇ। ਉਹਨੂੰ ਜੇ ਮੈਨੂੰ ਕੋਈ ਪੁੱਛੇ ਵੀ ਤੂੰ ਕੀ ਕਰਮ ਕਮਾਉਂਦਾ ਹੈ, ਤਾਂ ਭਾਵ ਤੂੰ ਕੀ ਫਲਸਫਾ ਸੋਚਦਾ ਹੈ, ਕਿਹੜੇ ਢੰਗ ਨਾਲ ਸੋਚਦਾ ਹੈ, ਸੋਚਣੀ ਦਾ ਢੰਗ ਕਰਮ। ਉਸ ਤੋਂ ਬਾਅਦ ਉਹ ਵਾਲੇ ਅੰਦਰਲੇ ਕਰਮ ਫਿਰ ਬਾਹਰ ਮੈਨੀਫੈਸਟ ਹੁੰਦੇ ਨੇ ਸਾਡੇ ਵਿਵਹਾਰ ਤੋਂ। ਉਹਨੂੰ ਡੀਡਸ ਕਹਿੰਦੇ ਆ। ਇਹਦਾ ਇਹ ਨਹੀਂ ਹੁੰਦਾ ਜੈਸਾ ਸੇਵੇ ਤੈਸਾ ਹੋਏ। ਹਾਂਜੀ, ਇਹ ਮਨ ਜੈਸਾ ਸੇਵੇ ਤੈਸੋ ਹੋਏ ਤੇ ਇਹ ਕਰਮ ਕਮਾਏ, ਇसी ਨੂੰ ਕਹਿੰਦੇ ਨੇ। ਔਰ ਇसी ਨੂੰ ਕਹਿੰਦੇ ਨੇ ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਸੋ ਉਹ ਅੰਦਰ ਅਸੀਂ ਪਹਿਲਾਂ ਜੈਸਾ ਸੋਚਦੇ ਹਾਂ ਉਹਨੂੰ ਕਰਮ ਕਹਿੰਦੇ ਨੇ। ਅੱਛਾ ਜੀ, ਜਿਸ ਪੱਖੋਂ ਤੁਹਾਡਾ ਸਵਾਲ ਆਇਆ ਵੇ। ਸੋ ਅਸੀਂ ਕਰਮ ਸਮਝ ਲਿਆ। ਹੁਣ ਪਹਿਲੀ ਗੱਲ ਆਏਗੀ ਧੁਰ ਕਰਮ। ਧੁਰ ਕਰਮ ਹੁੰਦਾ ਹੈ ਜਿਸ ਤਰ੍ਹਾਂ ਸਾਡੇ ਸਭ ਦੇ ਅੰਦਰ ਰੱਬ ਜੀ ਵਸਦੇ ਨੇ, ਅੰਦਰੋਂ ਜਿਹੜਾ ਸੁਨੇਹਾ ਮਿਲਦਾ ਹੈ। ਇੱਕ ਹੁੰਦਾ ਧੁਰ ਦਾ ਮਤਲਬ ਹੁੰਦਾ ਆਦ, ਰਾਈਟ ਫਰੋਮ ਬਿਗਨਿੰਗ। ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੈ, ਲੇਕਿਨ ਸ਼ੁਰੂ ਤੋਂ ਧੁਰ ਤੋਂ ਰੱਖਦਾ ਆਇਆ। ਤਾਂ ਉਹਦਾ ਮਤਲਬ ਹੈ ਕਿ ਹਮੇਸ਼ਾ ਕੁਦਰਤ ਦਾ ਨਿਯਮ ਹੈ, ਰੱਬ ਜੀ ਦਾ ਨਿਯਮ ਹੈ ਕਿ ਜੇ ਤੁਸੀਂ ਚੈਨ ਵਾਲਾ ਆਈਡੀਅਲ ਜੀਵਨ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਵਿਜ਼ਡਮ ਦੇ ਨਾਲ ਚੰਗੇ ਗੁਣਾਂ ਵਾਲਾ ਜੀਵਨ ਹੀ ਜੀਣਾ ਪਏਗਾ। ਉਹਨੂੰ ਕਹਿੰਦੇ ਨੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹਦਾ ਮਤਲਬ ਸਾਡੇ ਅੰਦਰ ਜਿੱਥੇ ਕੌਨਸ਼ੀਅਸ, ਜਿੱਥੇ ਰੱਬ ਜੀ ਵਸਦੇ ਨੇ, ਉਹਨਾਂ ਦੀ ਜਿਹੜੀ ਸਾਨੂੰ ਅੰਦਰੋਂ ਮੈਸੇਜ ਆਉਂਦਾ ਹੈ ਨਾ, ਉਹਨੂੰ ਧੁਰ ਕੀ ਬਾਣੀ ਕਹਿੰਦੇ ਨੇ। ਸੋ ਉਹਦੇ ਮੁਤਾਬਕ ਜੇ ਮੈਂ ਸੋਚਾਂ, ਉਹਦੇ ਮੁਤਾਬਕ ਅਸੀਂ ਚੱਲੀਏ, ਪਹਿਲਾਂ ਮੈਂ ਸੋਚਾਂਗਾ, ਪਹਿਲਾਂ ਮੇਰੀ ਸੋਚਣੀ ਅੰਦਰ ਉਹ ਖਿਆਲ ਇਕੱਠੇ ਹੋਣਗੇ, ਉਹਨਾਂ ਮੁਤਾਬਕ ਮੇਰਾ ਫਿਰ ਬਾਹਰਲਾ ਜੀਵਨ ਬਣੇਗਾ। ਤਾਂ ਹੀ ਉਹ ਪੁੱਛਦੇ ਨੇ ਨਾ, ਇਹ ਸ਼ਰੀਰਾ ਮੇਰਿਆ ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਸੋ ਕਰਮ ਕਮਾਇਆ ਦਾ ਮਤਲਬ ਹੈ ਪਹਿਲਾਂ ਮੈਂ ਕੀ ਸੋਚਿਆ ਅਤੇ ਫਿਰ ਉਸ ਦੇ ਮੁਤਾਬਕ ਮੈਂ ਕਿਹੜੇ ਵਿਵਹਾਰ ਨੂੰ ਕਮਾਇਆ, ਮੈਂ ਆਪਣੀ ਕਿਹੜੀਆਂ ਹੈਬਿਟਸ ਨੂੰ ਕਿਸ ਤਰੀਕੇ ਨਾਲ ਬਣਾਇਆ, ਚੰਗੀਆਂ ਕਿ ਮੰਦੀਆਂ, ਹੈ ਨਾ। ਪਰ ਹੁਣ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜੇ ਮੰਨ ਲਿਆ ਮੈਨੂੰ ਚਿੰਤਾ ਹੈ, ਫਿਕਰ ਹੈ, ਇਹਦਾ ਮਤਲਬ ਮੈਂ ਧੁਰ ਕੀ ਬਾਣੀ, ਆਪਣੇ ਅੰਦਰ ਦੀ ਗੱਲ ਨੂੰ ਸੁਣਿਆ ਨਹੀਂ ਹੈ। ਸੋ ਧੁਰ ਅੰਤਰ ਆਤਮੇ ਦੀ ਸੱਚ ਦੀ ਆਵਾਜ਼ ਨੂੰ ਕਹਿੰਦੇ ਨੇ, ਉਹਨੂੰ ਧੁਰ ਕੀ ਬਾਣੀ ਕਹਿੰਦੇ ਨੇ, ਧੁਰ ਕੀ ਆਵਾਜ਼ ਕਹਿੰਦੇ ਨੇ। ਜੇ ਮੈਂ ਉਹਦੇ ਮੁਤਾਬਕ ਆਪਣੇ ਵਿਵਹਾਰ ਨੂੰ ਬਣਾਵਾਂ, ਆਪਣੇ ਸੋਚਣੀ ਦੇ ਢੰਗ ਨੂੰ, ਆਪਣੇ ਪੈਰਾਡਿਮ ਨੂੰ ਅਕੋਰਡਿੰਗਲੀ ਬਣਾਵਾਂ, ਤਾਂ ਉਹਨੂੰ ਕਹਿੰਦੇ ਨੇ ਧੁਰ ਕਰਮ। ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ, ਹੈ ਨਾ। ਅਸੀਂ ਪੜ੍ਹਦੇ ਹਾਂ, ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ। ਜਿਨ੍ਹਾਂ ਨੇ ਧੁਰ ਦੀ ਬਾਣੀ ਨੂੰ ਸੁਣ ਕੇ ਆਪਣੇ ਮਸਤਕ ਤੇ ਭਾਵ ਆਪਣਾ ਸੋਚਣੀ ਦਾ ਢੰਗ ਬਣਾਇਆ, ਤਾਂ ਮਾਨੋ ਉਹ ਸਤਿਗੁਰ ਦੇ ਅਕੋਰਡਿੰਗ ਜੀਣ ਲੱਗ ਪੈਂਦੇ ਨੇ। ਤਿਨ ਸਤਿਗੁਰ ਮਿਲਿਆ ਰਾਮ ਰਾਜੇ।
ਧੁਰ ਕਰਮ ਤੋਂ ਇਲਾਵਾ ਤੁਸੀਂ ਦੂਸਰਾ ਲਫ਼ਜ਼ ਪੁੱਛਿਆ ਪੂਰਬ ਕਰਮ। ਪੂਰਬ ਕਰਮ ਦਾ ਮਤਲਬ ਹੁੰਦਾ ਹੈ ਕਿ ਜੈਸਾ ਅਸੀਂ ਪਹਿਲਾਂ ਸੋਚਿਆ ਸੀ, ਹੈ ਨਾ, ਫਿਰ ਉਹਦੇ ਮੁਤਾਬਕ ਜੈਸੇ ਸਾਡੇ ਬਾਹਰ ਐਕਸ਼ਨ ਆਏ ਨੇ, ਉਹਨੂੰ ਪੂਰਬ ਕਰਮ ਕਹਿੰਦੇ ਨੇ। ਉਹ ਹੁਣ ਕੀ ਹੁੰਦਾ ਹੈ? ਪੂਰਬ ਮਤਲਬ ਕਮਾਇਆ, ਪੂਰਬ ਮਤਲਬ ਕਿ ਅਸੀਂ ਉਹਦੇ ਅਕੋਰਡਿੰਗ ਚੱਲ ਪਏ। ਨਾ 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 ਨਾ, ਅਸੀਂ ਪੂਰਬ ਨੂੰ ਸੌਖਾ ਇਸ ਢੰਗ ਨਾਲ ਸਮਝ ਸਕਦੇ ਹਾਂ ਕਿ ਫਰਜ਼ ਕਰੋ ਮੈਨੂੰ ਫੀਲ ਹੋਇਆ ਕਿ ਮੈਂ ਬਿਮਾਰ ਹਾਂ। ਜਦੋਂ ਮੈਂ ਬਿਮਾਰ ਫੀਲ ਕੀਤਾ ਆਪਣੇ ਆਪ ਨੂੰ, ਤੇ ਮੈਂ ਡਾਕਟਰ ਕੋਲ ਗਿਆ, ਤੇ ਜਦੋਂ ਮੈਂ ਡਾਕਟਰ ਕੋਲ ਗਿਆ ਤਾਂ ਮੈਂ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਮੈਂ ਬਿਮਾਰ ਹਾਂ। ਤਾਂ ਉਸ ਵੇਲੇ ਮੈਂ ਸਮਰਪਣ ਕਰ ਰਿਹਾ ਕਿ ਡਾਕਟਰ ਸਾਹਿਬ ਤੁਸੀਂ ਮੈਨੂੰ ਸੁਣਿਆ ਦਿਓਗੇ। ਤਾਂ ਡਾਕਟਰ ਜਿਹੜਾ ਮੈਸੇਜ ਮੈਨੂੰ ਦੇਗਾ, ਮੰਨ ਲਿਆ ਡਾਕਟਰ ਕਿ ਇਹ ਦਵਾਈ ਤੁਸੀਂ 3 ਦਿਨ ਖਾਣੀ ਹੈ, ਤਾਂ ਹੁਣ ਜਿਹੜੀ ਉਹਨੇ ਸਮਝਾਈ ਔਰ ਜਿਸ ਢੰਗ ਨਾਲ ਖਾਣੀ ਹੈ, ਉਹਨੂੰ ਜੇ ਮੈਂ ਉਸ ਤਰੀਕੇ ਨਾਲ ਖਾਂਦਾ ਔਰ 3 ਦਿਨਾਂ ਬਾਅਦ ਠੀਕ ਹੋ ਜਾਂਦਾ ਹਾਂ, ਤਾਂ ਉਹ ਪਹਿਲੇ ਦਿਨ ਤੋਂ ਤੀਜੇ ਦਿਨ ਤੱਕ ਜੋ ਮੈਂ ਡਾਕਟਰ ਦੇ ਮੁਤਾਬਕ ਜੀਵਿਆ, ਉਹਨੂੰ ਕਹਿੰਦੇ ਨੇ ਪੂਰਬ ਕਮਾਇਆ, ਉਹਨੂੰ ਪੂਰਬ ਕਰਮ ਕਹਿੰਦੇ ਨੇ। ਸੋ ਜੈਸਾ ਅਸੀਂ ਪਹਿਲਾਂ ਸੋਚਿਆ ਸੀ ਵੈਸੇ ਅਸੀਂ ਕਰਮ ਕੀਤੇ, ਉਹ ਪੂਰਬ ਕਮਾਣੇ ਕਹਿਲਾਉਂਦੇ ਨੇ। ਪਿਛਲੇ ਜਨਮ ਦੇ ਮੱਥੇ ਲਿਖੇ ਭਾਗਾਂ ਨੂੰ ਧੁਰ ਭਾਗ ਨਹੀਂ ਕਹਿੰਦੇ ਨੇ, ਪਿਛਲੇ ਜਨਮ ਦੇ ਮੱਥੇ ਲਿਖੇ ਭਾਗਾਂ ਨੂੰ ਪੂਰਬਲੇ ਕਰਮ ਨਹੀਂ ਕਹਿੰਦੇ ਨੇ। ਅਸੀਂ ਸਿੱਖ ਰਹੇ ਹਾਂ ਕਿ ਪੂਰਬ ਕਰਮ ਹੁੰਦਾ ਹੈ ਜੋ ਮੈਂ ਹੁਣ ਤੋਂ ਪਹਿਲਾਂ ਆਪਣਾ ਜੀਵਨ ਵਿੱਚ ਕੀਤਾ ਹੈ, ਜਿਸ ਸੋਚਣੀ ਦੇ ਮੁਤਾਬਕ ਕੀਤਾ ਹੈ। ਔਰ ਧੁਰ ਕਰਮ ਹੁੰਦਾ ਹੈ ਜਿਹੜਾ ਮੈਨੂੰ ਅੰਦਰੋਂ ਸੁਣਿਆ ਮਿਲਦਾ ਹੈ, ਉਹਦੇ ਅਕੋਰਡਿੰਗ ਮੈਂ ਕੀਤਾ। ਹੁਣ ਫਰਕ ਕਲੀਅਰ ਹੋ ਗਿਆ ਕਾਮਨ ਮੈਨ ਦੀ ਲੈਂਗੁਏਜ, ਠੀਕ ਹੈ? ਮਤਲਬ ਜੈਸਾ ਸੀਮਿਤ ਤੈਸਾ ਹੋਏ। ਇਹ ਤੇ ਯਾਰਡ ਸਟਿਕ ਰਹੇਗੀ ਨਾ। ਜੇ ਮੈਂ ਧੁਰ ਦਾ ਕਰਮ ਕਮਾਉਂਦਾ ਤਾਂ ਮੈਂ ਚੰਗੇ ਸੁਚੱਜੇ ਜੀਵਨ ਵਾਲਾ ਬਣ ਜਾਵਾਂਗਾ, ਠੀਕ ਹੈ? ਪਰ ਪੂਰਬ ਕਮਾਇਆ ਸੋ ਆਗੇ ਆਇਆ। ਜੇ ਮੈਂ ਪਹਿਲਾਂ ਚੰਗੇ ਖਿਆਲ ਨਹੀਂ ਕਮਾਏ ਨੇ ਤਾਂ ਮੇਰੇ ਅਗਲੇ ਜੀਵਨ ਵਿੱਚ ਵੀ, ਇਸ ਤੋਂ ਅਗਲੇ ਪਲ ਵਿੱਚ, ਉਹ ਮੰਦੇ ਖਿਆਲਾਂ ਦੇ ਕਾਰਨ ਮੰਦੇ ਰਿਜ਼ਲਟਸ ਨਿਕਲਣਗੇ, ਹੈ ਨਾ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਰੇ। ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਬੈਡ ਰਿਜ਼ਲਟਸ ਕਿਉਂ ਨਿਕਲੇ। ਮੈਨੂੰ ਪਤਾ ਹੀ ਨਹੀਂ ਮੈਂ ਕਿਹੜੀ ਸੋਚਣੀ ਦਾ ਢੰਗ ਕਮਾਇਆ ਸੀ, ਕੀ ਬਿਹੇਵ ਕੀਤਾ ਸੀ, ਕੀ ਮੇਰਾ ਐਟੀਟਿਊਡ, ਮੈਂ ਬਾਹਰ ਲੋਕਾਂ ਨਾਲ ਵਿਵਹਾਰ ਕੀਤਾ ਸੀ। ਸੋ ਧੁਰ ਕਰਮ ਅੰਦਰ ਦੀ ਆਵਾਜ਼ ਨੂੰ ਸੁਣ ਕੇ ਅਕੋਰਡਿੰਗਲੀ ਚੰਗੇ ਗੁਣਾਂ ਵਾਲਾ ਬਣਨਾ। ਪੂਰਬ ਕਰਮ ਦਾ ਮਤਲਬ ਹੈ ਹੁਣ ਤੋਂ ਪਹਿਲਾਂ ਮੈਂ ਜੈਸਾ ਸੋਚਿਆ ਸੀ, ਜੋ ਮੈਂ ਬੀਜਿਆ ਉਹ ਮੈਨੂੰ ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਉਹ ਮੇਰੇ ਅੱਗੇ ਜੀਵਨ ਹੀ ਚਾਹੁੰਦੇ ਨੇ। ਸੋ ਇਹ ਧੁਰ ਕਰਮ। ਪਰ ਇਹਨਾਂ ਦਾ ਬੜਾ ਬਰੀਕ ਜਿਹਾ ਫਰਕ ਹੈ। ਅਸੀਂ ਇਸ ਪੱਖੋਂ ਸਮਝਣਾ ਹੈ ਕਿ ਪਿਛਲੇ ਜਨਮ ਦੇ ਮੱਥੇ ਲਿਖੇ ਭਾਗਾਂ ਦੇ ਬਾਰੇ ਗੱਲ ਨਹੀਂ ਚੱਲ ਰਹੀ ਹੈ ਐਟ ਪ੍ਰੈਜ਼ੈਂਟ ਮੇਰੇ ਇਸੇ ਜੀਵਨ ਵਿੱਚ, ਠੀਕ ਹੈ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।